ਅਸੀਂ ਇੰਨੀ ਮਿਹਨਤ ਕਰਦੇ ਹਾਂ। ਫਲਾਂ ਸਟੂਡੈਂਟ ਸੀ, ਉਹਨੇ ਮਿਹਨਤ ਵੀ ਨਹੀਂ ਕੀਤੀ, ਉਹ ਆਉਂਦਾ ਵੀ ਘੱਟ ਸੀ ਤੇ ਉਹਦੇ ਬੈਂਡਸ ਵੀ ਆ ਗਏ। ਜਿਹੜਾ ਆਇਲਟਸ ਹੈ ਉਹਦੇ ਲਈ ਬੇਸਿਕਲੀ ਗ੍ਰਾਮਰ ਦੀ ਵੀ ਇੰਨੀ ਜ਼ਰੂਰਤ ਨਹੀਂ ਹੈਗੀ। ਕੋਰਸ ਗਲਤ ਸਿਲੈਕਸ਼ਨ ਹੋਣ ਕਰਕੇ ਰਿਫਿਊਜ਼ਲਸ ਆਏ ਹੋਏ ਜਿਹੜੇ ਸਾਡੇ ਕੋਲ ਕੇਸ ਆਉਂਦੇ ਨੇ, ਉਹਨਾਂ ਨੂੰ ਵੀਜ਼ਾ ਦੇ ਵਿੱਚ ਕਨਵਰਟ ਕਰਨਾ, ਕਿਸ ਤਰੀਕੇ ਨਾਲ ਸਾਡੇ ਬੈਂਡਸ ਆਉਂਦੇ ਨੇ, ਕਿਸ ਤਰੀਕੇ ਨਾਲ ਕਿਸੇ ਦੇ ਵੀ ਬੈਂਡਸ ਜਿਹੜੇ ਨੇ ਉਹ ਆ ਰਹੇ ਨੇ ਤੇ ਤੁਹਾਡੇ ਕਿਉਂ ਨਹੀਂ ਆ ਰਹੇ। ਇਹ ਡੂਜ਼ ਐਂਡ ਡੋਂਟਸ ਜਿਹੜਾ ਹੈਗਾ ਕਿ ਤੁਸੀਂ ਆਹ ਨਾ ਕਰੋ, ਉਹ ਨਾ ਕਰੋ, ਉਹਦੇ ਵਿੱਚ ਤੁਸੀਂ ਫਸਣ ਦੀ ਬਜਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਸਿੰਘ ਫਤਿਹਗੜ੍ਹ ਸਾਹਿਬ ਤੋਂ, ਤੇ ਅੱਜ ਮੈਂ ਇੱਕ ਯੂਟਿਲਿਟੀ ਟਾਕ ਲੈ ਕੇ ਆਇਆ ਤੁਹਾਡੇ ਲਈ, ਜਿਹਦੇ ਵਿੱਚ ਥੋੜ੍ਹਾ ਜਿਹਾ ਆਇਲਟਸ ਦੇ ਬਾਰੇ 'ਚ ਮੈਂ ਡਿਸਕਸ ਕਰਾਂਗਾ ਕਿ ਆਇਲਟਸ ਜਿਹੜਾ ਹੈਗਾ ਸਟੂਡੈਂਟਸ ਕਈ ਮੈਨੂੰ ਫੋਨ ਕਰਦੇ ਨੇ, ਕਈ ਵਾਰੀ ਕਈ ਬੈਠੇ ਵੀ ਗੱਲ ਕਰਦੇ ਨੇ ਕਿ ਸਰ ਸਾਡੇ ਬੈਂਡਸ ਨਹੀਂ ਆਉਂਦੇ, ਜਾਂ ਅਸੀਂ ਇੰਨੀ ਮਿਹਨਤ ਕਰਦੇ ਹਾਂ। ਫਲਾਂ ਸਟੂਡੈਂਟ ਸੀ, ਉਹਨੇ ਮਿਹਨਤ ਵੀ ਨਹੀਂ ਕੀਤੀ, ਉਹ ਆਉਂਦਾ ਵੀ ਘੱਟ ਸੀ ਤੇ ਉਹਦੇ ਬੈਂਡਸ ਵੀ ਆ ਗਏ। ਉਹ ਸਕੂਲ 'ਚ ਵੀ ਪਤਾ ਨਹੀਂ ਕਿਹੜੇ 'ਚ ਪੜ੍ਹਿਆ, ਬਟ ਮੈਂ ਅੱਛੇ ਸਕੂਲ 'ਚ ਪੜ੍ਹਿਆ, ਮੇਰੇ ਬੈਂਡਸ ਨਹੀਂ ਆ ਰਹੇ। ਤਾਂ ਇਹਦਾ ਇੱਕ ਬੇਸਿਕਲੀ ਜਿਹੜਾ ਮੈਂ ਤੁਹਾਨੂੰ ਜ਼ਿਆਦਾ ਟੈਕਨੀਕਲ ਚੀਜ਼ਾਂ 'ਚ ਨਹੀਂ ਜਾਊਂਗਾ ਕਿ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਇੱਕ ਬੇਸ ਚੀਜ਼ ਸਮਝਾਉਣਾ ਕਿ ਕਿਸ ਤਰੀਕੇ ਨਾਲ ਸਾਡੇ ਬੈਂਡਸ ਆਉਂਦੇ ਨੇ, ਕਿਸ ਤਰੀਕੇ ਨਾਲ ਕਿਸੇ ਦੇ ਵੀ ਬੈਂਡਸ ਜਿਹੜੇ ਨੇ ਉਹ ਆ ਰਹੇ ਨੇ ਤੇ ਤੁਹਾਡੇ ਕਿਉਂ ਨਹੀਂ ਆ ਰਹੇ। ਕੀ ਹੁੰਦਾ ਕਿ ਆਇਲਟਸ ਜਿਹੜਾ ਹੈਗਾ ਉਹ ਇੰਗਲਿਸ਼ ਦਾ ਟੈਸਟ ਹੈ। ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਟੈਸਟਿੰਗ ਕਰਦੇ ਹਾਂ ਤਾਂ ਅਸੀਂ ਕਿਸੇ ਨੂੰ ਕਿੰਨਾ ਕੁ ਸਮਝਾ ਸਕਦੇ ਹਾਂ ਬੋਲ ਕੇ, ਕਿੰਨਾ ਕੁ ਸਮਝਾ ਸਕਦੇ ਹਾਂ ਲਿਖ ਕੇ, ਤੇ ਕਿੰਨਾ ਕੁ ਕਿਸੇ ਤੋਂ ਸੁਣ ਕੇ ਸਮਝ ਸਕਦੇ ਹਾਂ। ਇਸ ਦੇ ਉੱਪਰ ਸਾਡੀ ਟੈਸਟਿੰਗ ਹੁੰਦੀ ਹੈ। ਤਾਂ ਇੰਗਲਿਸ਼ ਦੀ ਜਿਹੜੀ ਟੈਸਟਿੰਗ ਹੈ ਜਾਂ ਕਿਸੇ ਵੀ ਲੈਂਗੁਏਜ ਦੀ ਜਿਹੜੀ ਸਮਝ ਹੈ ਉਹ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਲੈਂਗੁਏਜ ਦਾ ਟੈਸਟ ਦੇਣ ਲਈ। ਤਾਂ ਜੇ ਆਇਲਟਸ ਦਾ ਟੈਸਟ ਦੇਣਾ ਤਾਂ ਸਾਨੂੰ ਇੰਗਲਿਸ਼ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਤਾਂ ਜੇ ਇੰਗਲਿਸ਼ ਦੀ ਸਮਝ ਰੱਖਣੀ ਹੈ ਜਾਂ ਕਿਸੇ ਵੀ ਦੇਸ਼ ਦੀ ਭਾਸ਼ਾ ਸਿੱਖਣੀ ਹੈ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਸਾਨੂੰ ਸੁਣਨਾ ਤੇ ਦੇਖਣਾ। ਇਹ ਇੱਕ ਬੇਸਿਕ ਰੂਲ ਹੈਗਾ। ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ, ਕਿਸੇ ਵੀ ਕੰਟਰੀ 'ਚ ਹੁੰਦਾ, ਉਹਨੂੰ ਉਹਦੇ ਹੀ ਲੈਂਗੁਏਜ 'ਚ ਪੁੱਛਿਆ ਜਾਂਦਾ ਹੈ ਕਿ ਮੰਮਾ ਕਿੱਥੇ ਹੈ ਤੇ ਪਾਪਾ ਕਿੱਥੇ ਹੈ। ਉਹਨੇ ਉਸ ਟਾਈਮ ਕੋਈ ਬੁੱਕ ਨਹੀਂ ਪੜ੍ਹੀ ਹੁੰਦੀ, ਕੋਈ ਉਹਨੂੰ ਨੌਲੇਜ ਦੀ ਕਿਤੇ ਕੋਈ ਲੈਵਲ ਨਹੀਂ ਹੁੰਦਾ, ਕਿਉਂਕਿ ਉਹ ਆਪ ਹੀ ਨਹੀਂ ਬੋਲ ਪਾਉਂਦਾ ਉਸ ਟਾਈਮ, ਬਟ ਉਹ ਇਸ਼ਾਰਾ ਕਰਕੇ ਜ਼ਰੂਰ ਦੱਸ ਦਿੰਦਾ ਕਿ ਪਾਪਾ ਇੱਥੇ ਹੈ, ਮੰਮਾ ਇੱਥੇ ਹੈ। ਉਹਦਾ ਕਾਰਨ ਕੀ ਹੈ, ਉਹ ਤਰੀਕਾ ਕੀ ਹੈ, ਉਹ ਚੀਜ਼ ਕੀ ਹੈ ਕਿ ਸਾਡਾ ਬ੍ਰੇਨ ਜਿਹੜਾ ਹੈਗਾ ਉਹ ਪ੍ਰੋਗਰਾਮਡ ਹੈ ਦੇਖ ਕੇ ਸਿੱਖਣ ਲਈ। ਦੇਖ ਕੇ ਤੇ ਸੁਣ ਕੇ ਅਸੀਂ ਸਿੱਖਦੇ ਹਾਂ। ਇਸੇ ਚੀਜ਼ ਨੂੰ ਜੇ ਜੇ ਹੋਰ ਐਲੈਬੋਰੇਟ ਕਰਨਾ ਤਾਂ ਇਸ ਚੀਜ਼ ਤੋਂ ਸਮਝਿਆ ਜਾ ਸਕਦਾ ਹੈ ਕਿ ਜੇ ਕੋਈ ਬੰਦਾ ਬੋਲ ਨਹੀਂ ਸਕਦਾ, ਸਿਰਫ ਸੁਣ ਸਕਦਾ, ਉਹ ਅੱਛੀ ਤਰ੍ਹਾਂ ਨਾਲ ਕਿਸੇ ਨੂੰ ਕੋਈ ਚੀਜ਼ ਸਮਝਾ ਸਕਦਾ। ਪਰ ਜੇ ਕੋਈ ਬੰਦਾ ਸੁਣ ਨਹੀਂ ਸਕਦਾ, ਜਿਹਨੇ ਕਦੇ ਲੈਂਗੁਏਜ ਦਾ ਪ੍ਰੋਨਾਊਂਸੀਏਸ਼ਨ ਨਹੀਂ ਸੁਣੀ, ਉਹ ਬੰਦਾ ਕਦੇ ਵੀ ਬੋਲ ਨਹੀਂ ਸਕਦਾ, ਚਾਹੇ ਉਹ ਬਿਲਕੁਲ ਠੀਕ ਹੈ। ਜੇ ਕਦੀ ਤੁਸੀਂ ਸੁਣੀ ਨਹੀਂ ਕੋਈ ਚੀਜ਼, ਕੋਈ ਪ੍ਰੋਨਾਊਂਸੀਏਸ਼ਨ ਨਹੀਂ ਸੁਣੀ, ਕੋਈ ਲੈਂਗੁਏਜ ਦੇ ਬਾਰੇ 'ਚ ਕੋਈ ਵਰਡ ਨਹੀਂ ਸੁਣਿਆ ਜਾਂ ਕੁਝ ਵੀ, ਤਾਂ ਤੁਸੀਂ ਉਸ ਚੀਜ਼ ਨੂੰ ਬੋਲ ਹੀ ਨਹੀਂ ਸਕਦੇ ਕਦੀ ਵੀ। ਤਾਂ ਸਭ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੁੰਦਾ ਸੁਣਨਾ ਤੇ ਪੜ੍ਹਨਾ। ਕਿਸੇ ਵੀ ਕੰਟਰੀ ਦੀ ਲੈਂਗੁਏਜ ਨੂੰ ਸਿੱਖਣ ਲਈ, ਇੰਗਲਿਸ਼ ਨੂੰ ਬੇਸਿਕਲੀ ਸਿੱਖਣ ਲਈ ਸਾਨੂੰ ਉਹਦਾ ਲਿਟਰੇਚਰ ਪੜ੍ਹਨਾ ਬਹੁਤ ਜ਼ਰੂਰੀ ਹੈ। ਆਮ ਸਕੂਲਾਂ ਦੇ ਵਿੱਚ ਇਹੀ ਘਾਟ ਹੋਈ ਆ। ਸਾਡੇ ਜਿਹੜੇ ਪੁਰਾਣੇ ਟਾਈਮ ਤੋਂ ਜਿਹੜੇ ਸਟੂਡੈਂਟਸ ਪੜ੍ਹਦੇ ਆ ਰਹੇ ਸੀ, ਉਹਨਾਂ ਨੇ ਲਿਟਰੇਚਰ ਪੜ੍ਹਿਆ ਹੀ ਨਹੀਂ ਜਾਂ ਉਹਨਾਂ ਨੂੰ ਪੜ੍ਹਾਇਆ ਹੀ ਨਹੀਂ ਗਿਆ। ਲਿਟਰੇਚਰ ਦੀ ਜਗ੍ਹਾ 'ਤੇ ਸਿਰਫ ਸਿੱਧੇ ਕੁਐਸਚਨ ਆਨਸਰਸ 'ਤੇ ਆ ਜਾਂਦੇ ਸੀ ਟੀਚਰਸ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਲੈਂਗੁਏਜ ਹੈਗੀ ਹੈ ਬੱਚਿਆਂ ਦੀ, ਉਹਦਾ ਮਿਆਰ ਗਿਰ ਗਿਆ। ਲਿਟਰੇਸੀ ਜਿਹੜੀ ਹੈਗੀ ਆ ਉਹ ਡਾਊਨ ਹੋ ਗਈ, ਕਿਉਂਕਿ ਜਦੋਂ ਤੱਕ ਅਸੀਂ ਕਿਸੇ ਲੈਂਗੁਏਜ ਨੂੰ ਲਿਟਰੇਚਰ ਦੇ ਰਾਹੀਂ ਪੜ੍ਹਦੇ ਹਾਂ, ਉਹਦੇ ਸਲੈਂਗਸ ਸਾਨੂੰ ਸਮਝ ਆਉਂਦੇ ਨੇ। ਉਹ ਬੇਸਿਕਲੀ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ, ਉਹਨਾਂ ਦੇ ਜਿਹੜੇ ਕਰੈਕਟਰ ਨੇ ਉਹ ਕਦੇ ਵੀ ਕਿਸੇ ਵੀ ਲੈਂਗੁਏਜ ਦੇ ਵਿੱਚ ਯੂਜ਼ ਕੀਤੇ ਜਾ ਸਕਦੇ ਨੇ। ਤਾਂ ਉਹ ਕਰੈਕਟਰਸ ਨੂੰ ਜਦੋਂ ਅਸੀਂ ਯੂਜ਼ ਕਰਦੇ ਹਾਂ ਇੰਗਲਿਸ਼ ਦੇ ਵਿੱਚ, ਤਾਂ ਇੰਗਲਿਸ਼ ਇਸੇ ਤਰੀਕੇ ਨਾਲ ਸਿੱਖੀ ਜਾ ਸਕਦੀ ਹੈ ਕਿ ਅਸੀਂ ਬੇਸਿਕਲੀ ਉਹਦਾ ਜਿਹੜਾ ਪਹਿਲਾਂ ਲਿਟਰੇਚਰ ਪੜ੍ਹੀਏ, ਸੁਣੀਏ ਇੰਗਲਿਸ਼ ਨੂੰ, ਤੇ ਉਸ ਤੋਂ ਬਾਅਦ ਬੋਲਣ ਦੀ ਕੋਸ਼ਿਸ਼ ਕਰੀਏ। ਜਿੰਨਾ ਤੁਹਾਡੇ ਅੰਦਰ ਹੋਏਗਾ ਤਾਂ ਹੀ ਤੁਸੀਂ ਉਹਨੂੰ ਬੋਲ ਸਕਦੇ ਹੋ। ਤਾਂ ਜੇ ਲੈਂਗੁਏਜ ਸਿੱਖਣੀ ਹੈ ਕੋਈ ਵੀ, ਤਾਂ ਸਭ ਤੋਂ ਪਹਿਲਾਂ ਉਹਨੂੰ ਸੁਣਨਾ ਸਿੱਖੋ। ਸੁਣੋਗੇ ਤਾਂ ਬੋਲ ਸਕਦੇ ਹੋ। ਤਾਂ ਇਹ ਬੇਸਿਕ ਕਨਸੈਪਟ ਹੈਗਾ ਇੰਗਲਿਸ਼ ਸਿੱਖਣ ਦਾ। ਇੰਗਲਿਸ਼ ਜੇ ਆਉਂਦੀ ਹੈ ਤੁਹਾਨੂੰ ਤਾਂ ਹੀ ਆਇਲਟਸ ਸਿੱਖ ਸਕਦੇ ਹੋ, ਕਿਉਂਕਿ ਆਇਲਟਸ ਇੰਸਟੀਚਿਊਟ ਦੇ ਵਿੱਚ ਜੇ ਆਇਲਟਸ ਦਾ ਤੁਸੀਂ ਕੋਰਸ ਕਰ ਰਹੇ ਹੋ ਤਾਂ ਉਹ ਕੀ ਹੈ ਕਿ ਸਿਰਫ ਉਹ ਤੁਹਾਨੂੰ ਆਇਲਟਸ ਨੂੰ ਅਟੈਂਪਟ ਕਰਨ ਦਾ, ਟੈਸਟ ਨੂੰ ਅਟੈਂਪਟ ਕਰਨ ਦਾ ਤਰੀਕਾ ਦੱਸਦੇ ਨੇ, ਨਾ ਕਿ ਤੁਹਾਨੂੰ ਇੰਗਲਿਸ਼ ਸਿਖਾਈ ਜਾਂਦੀ ਹੈ। ਇੰਗਲਿਸ਼ ਸਿੱਖਣ ਲਈ ਤੁਹਾਨੂੰ ਇੱਕ ਅਲੱਗ ਕੋਰਸ ਜੁਆਇਨ ਕਰਨਾ ਪਏਗਾ, ਜਿਹੜਾ ਸਪੋਕਨ ਇੰਗਲਿਸ਼
ਜਾਂ ਜਿਹਨੂੰ ਆਪਾਂ ਇੰਗਲਿਸ਼ ਗ੍ਰਾਮਰ ਕੋਰਸ ਕਹਿ ਦਿੰਦੇ ਆ, ਉਹ ਸਾਨੂੰ ਕਰਨਾ ਜ਼ਰੂਰੀ ਹੈ। ਜਿਹੜਾ ਆਇਲਟਸ ਹੈ ਉਹਦੇ ਲਈ ਬੇਸਿਕਲੀ ਗ੍ਰਾਮਰ ਦੀ ਵੀ ਇੰਨੀ ਜ਼ਰੂਰਤ ਨਹੀਂ ਹੈਗੀ ਜਿੰਨੀ ਤੁਹਾਨੂੰ ਆਲੇ ਦੁਆਲੇ ਦੀ ਸਮਝ ਤੇ ਇੰਗਲਿਸ਼ ਦੀ ਸਮਝ ਹੋਣੀ ਚਾਹੀਦੀ ਆ। ਹੁਣ ਕੋਈ ਵੀ ਨਾਗਰਿਕ ਹੈ, ਅਸੀਂ ਉਹਨੂੰ ਇੰਗਲੈਂਡ ਤੋਂ ਵੀ ਕਹਿ ਸਕਦੇ ਹਾਂ, ਅਸੀਂ ਉਹਨੂੰ ਬ੍ਰਿਟਿਸ਼ ਨਾਗਰਿਕ ਵੀ ਕਹਿ ਸਕਦੇ ਹਾਂ। ਜੇ ਸਾਨੂੰ ਨੌਲੇਜ ਹੈਗੀ ਹੈ ਇਸ ਚੀਜ਼ ਦੀ, ਅਸੀਂ ਤਾਂ ਹੀ ਉੱਥੇ ਲਿਖਾਂਗੇ। ਤਾਂ ਇਹ ਚੀਜ਼ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਆਲੇ ਦੁਆਲੇ ਦੇ ਜਿਹੜੇ ਆਰਟੀਕਲਸ ਨੇ, ਜਿਹੜੇ ਨਿਊਜ਼ ਆਰਟੀਕਲਸ ਆਉਂਦੇ ਨੇ ਰੈਗੂਲਰ ਜਿਹੜੇ ਆਉਂਦੇ ਨੇ, ਉਹਨਾਂ ਨੂੰ ਪੜ੍ਹਿਆ ਜਾਵੇ ਅਤੇ ਉਹਨਾਂ ਦੇ ਬਾਰੇ 'ਚ ਨੌਲੇਜ ਰੱਖੀ ਜਾਵੇ। ਤਾਂ ਅਸੀਂ ਆਪਣੇ ਆਪ ਨੂੰ ਅੱਗੇ ਰੱਖ ਪਾਵਾਂਗੇ, ਹੋਰ ਚੀਜ਼ਾਂ ਤੋਂ ਅੱਗੇ ਰੱਖਾਂਗੇ। ਲੈਕਚਰ ਲਾਉਣ ਦੇ ਨਾਲ, ਪੜ੍ਹਨ ਦੇ ਨਾਲ, ਆਇਲਟਸ ਦੇ ਟੈਸਟ ਜਿੰਨੇ ਮਰਜ਼ੀ ਦੇਈ ਜਾਓ, ਤੁਸੀਂ ਕਦੇ ਵੀ ਕੋਈ ਵੀ ਗੇਮ ਨੂੰ ਖੇਡ ਕੇ ਉਹਨੂੰ ਨਹੀਂ ਸਿੱਖ ਸਕਦੇ। ਉਹਨੂੰ ਸਿੱਖਣ ਲਈ ਪਹਿਲਾਂ ਜੇ ਤੁਸੀਂ ਹਾਕੀ ਖੇਡਣੀ ਹੈ ਤਾਂ ਤੁਹਾਨੂੰ ਸ਼ਾਟਸ ਦੀ ਪ੍ਰੈਕਟਿਸ ਕਰਨੀ ਪਏਗੀ, ਤੁਹਾਨੂੰ ਸਟੈਮਿਨਾ ਰੱਖਣਾ ਪਏਗਾ। ਇੱਕ ਗੋਲ ਤੋਂ ਦੂਜੇ ਗੋਲ ਤੱਕ ਭੱਜਦੇ ਹੋਏ ਕਈਆਂ ਦਾ ਸਾਹ ਚੜ੍ਹ ਜਾਂਦਾ। ਤਾਂ ਜਦ ਤੱਕ ਤੁਹਾਨੂੰ ਇੱਕ ਚੀਜ਼ ਦਾ ਨਹੀਂ ਪਤਾ, ਇੱਕ ਲੈਂਗੁਏਜ ਦੇ ਮਾਧਿਅਮ ਦਾ ਨਹੀਂ ਪਤਾ, ਤੁਸੀਂ ਟੈਸਟ ਨਹੀਂ ਦੇ ਸਕਦੇ। ਤਾਂ ਤੁਹਾਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਅੱਗੇ ਇੰਗਲਿਸ਼ ਨੂੰ ਵੀ ਪੜ੍ਹ ਸਕਦੇ ਹੋ ਅਤੇ ਅੱਗੇ ਟੈਸਟ ਨੂੰ ਵੀ, ਤਾਂ ਹੀ ਕੁਐਸਚਨ ਨੂੰ ਵੀ ਸਮਝ ਸਕਦੇ ਹੋ ਅਤੇ ਆਨਸਰ ਤੁਸੀਂ ਪ੍ਰੋਪਰਲੀ ਦੇ ਸਕਦੇ ਹੋ। ਆਹ ਬੇਸਿਕ ਰੂਲ ਹੈ, ਜਿਹਨੂੰ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ, ਜੇ ਇਹੀ ਚੀਜ਼ ਹੈ ਬੇਸਿਕ, ਇਸ ਤੋਂ ਜੇ ਇਹਨੂੰ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਆਇਲਟਸ ਦਾ ਜਿਹੜਾ ਟੈਸਟ ਹੈਗਾ ਉਹਨੂੰ ਕਰੈਕ ਕਰ ਸਕਦੇ ਹੋ। ਆਇਲਟਸ ਹੋਣ ਤੋਂ ਬਾਅਦ ਜਦੋਂ ਆਇਲਟਸ ਸਾਡਾ ਕੰਪਲੀਟ ਹੋ ਜਾਂਦਾ, ਜਦੋਂ ਆਇਲਟਸ ਫਿਨਿਸ਼ ਹੋ ਜਾਂਦਾ, ਅਸੀਂ ਡਿਜ਼ਾਇਰਡ ਸਕੋਰ ਜਿਹੜਾ ਹੈਗਾ ਉਹ ਅਚੀਵ ਕਰ ਲੈਂਦੇ ਹਾਂ, ਤਾਂ ਫਿਰ ਵੇਲਾ ਆਉਂਦਾ ਸਾਡੀ ਫਾਈਲ ਲਗਾਉਣ ਦਾ। ਅਸੀਂ ਐਪਲੀਕੇਸ਼ਨ ਲਗਾਉਣੀ ਹੈ। ਤਾਂ ਕਈ ਸਟੂਡੈਂਟਸ ਕਰਦੇ ਨੇ GT, ਜਿਹੜਾ ਜਨਰਲ ਟ੍ਰੇਨਿੰਗ ਹੈ, ਉਹ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਲਗਾਉਣੀ ਹੁੰਦੀ ਹੈ। ਜਿਹੜੇ GT ਦੇ ਵਿੱਚ ਕਾਮਯਾਬ ਹੁੰਦੇ ਨੇ ਉਹ ਬੱਚੇ ਪੜ੍ਹੇ ਲਿਖੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਕਿਉਂਕਿ ਆਇਲਟਸ ਦਾ ਜਿਹੜਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਹੈਗਾ, ਜਿਹੜਾ ਪਰਮਾਨੈਂਟ ਰੈਜ਼ੀਡੈਂਸ ਲਈ ਜ਼ਰੂਰੀ ਹੈ, ਉਹ ਬਹੁਤ ਜ਼ਿਆਦਾ ਹਾਈ ਹੈ। CLB 10 ਚਾਹੀਦਾ। CLB 10 ਦਾ ਮਤਲਬ ਹੁੰਦਾ ਲਿਸਨਿੰਗ 'ਚ 8 ਅਤੇ ਬਾਕੀ ਰੀਡਿੰਗ, ਰਾਈਟਿੰਗ, ਸਪੀਕਿੰਗ 'ਚ 7 ਦਾ ਸਕੋਰ ਹੋਣਾ ਚਾਹੀਦਾ। ਅਤੇ ਜਿਹੜੇ ਸਟੂਡੈਂਟ ਉਸ ਲੈਵਲ ਨੂੰ ਅਚੀਵ ਕਰ ਲੈਂਦੇ ਨੇ ਤਾਂ ਉਹ ਆਪਣੇ ਆਪ ਹੀ ਪੜ੍ਹ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਲਗਾ ਸਕਦੇ ਨੇ। ਜਿਹੜੇ ਸਟੂਡੈਂਟਸ ਅਕੈਡਮਿਕ ਪੜ੍ਹਦੇ ਨੇ, ਅਕੈਡਮਿਕ ਦੀ ਕਲੀਅਰ ਕਰਦੇ ਨੇ, ਜਿਨ੍ਹਾਂ ਨੇ ਕਾਲਜ ਜਾਣਾ ਹੈ, ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਲਗਾਉਣਾ, ਉਹਨਾਂ ਦੇ ਲਈ ਬੇਸਿਕ ਹੁੰਦਾ ਹੈ ਕਿ ਪਹਿਲਾਂ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੰਸਲਟੈਂਟ ਕਿਹੜਾ ਹੈਗਾ। ਕੰਸਲਟੈਂਟ ਦੀ ਜਿਹੜੇ ਰਿਵਿਊਜ਼ ਨੇ ਉਹ ਗੂਗਲ 'ਤੇ ਅੱਜ ਕੱਲ੍ਹ ਅਵੇਲੇਬਲ ਨੇ, ਤੁਸੀਂ ਗੂਗਲ ਤੋਂ ਰਿਵਿਊਜ਼ ਲੈ ਸਕਦੇ ਹੋ। ਉਸ ਤੋਂ ਬਾਅਦ ਬੇਸਿਕ ਚੀਜ਼ ਜਿਹੜੀ ਹੈਗੀ ਆ, ਤੁਸੀਂ ਇਹ ਦੇਖਣਾ ਹੁੰਦਾ ਕਿ ਤੁਹਾਡੇ ਡਿਜ਼ਾਇਰਡ ਜਿਹੜਾ ਤੁਹਾਡਾ ਕੋਰਸ ਹੈਗਾ ਉਹ ਤੁਹਾਨੂੰ ਚਾਹੀਦਾ, ਤੁਹਾਡੇ ਸਟੱਡੀ ਦੇ ਨਾਲ ਲਿੰਕਡ ਹੋਣਾ ਚਾਹੀਦਾ ਕੋਰਸ ਗਲਤ ਸਿਲੈਕਸ਼ਨ ਹੋਣ ਕਰਕੇ ਰਿਫਿਊਜ਼ਲਸ ਆਏ ਹੋਏ ਜਿਹੜੇ ਸਾਡੇ ਕੋਲ ਕੇਸ ਆਉਂਦੇ ਨੇ, ਉਹਨਾਂ ਨੂੰ ਵੀਜ਼ਾ ਦੇ ਵਿੱਚ ਕਨਵਰਟ ਕਰਨਾ ਬਾਅਦ ਦੇ ਵਿੱਚ ਬਹੁਤ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਤੁਸੀਂ ਕੋਰਸ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਬਹੁਤ ਇੰਪੋਰਟੈਂਟ ਆ। ਉਹਨੂੰ ਹਰ ਇੱਕ ਦੇ ਨਾਲ ਡਿਸਕਸ ਕਰਕੇ ਹੀ ਕੋਰਸ ਜਿਹੜਾ ਹੈਗਾ ਉਹ ਸਿਲੈਕਟ ਕਰੋ। ਤੁਹਾਡੇ ਫੀਲਡ ਦੇ ਵਿੱਚ ਕਈ ਸਟੂਡੈਂਟਸ ਕੈਨੇਡਾ ਜਾ ਚੁੱਕੇ ਨੇ, ਉਹਨਾਂ ਨਾਲ ਡਿਸਕਸ ਕਰ ਲਓ, ਉਹ ਤੁਹਾਨੂੰ ਦੱਸ ਸਕਦੇ ਨੇ। ਕਈ ਗਰੁੱਪਸ ਬਣੇ ਹੋਏ ਨੇ ਜਿਹੜੇ WhatsApp ਦੇ ਉੱਤੇ ਇੱਕ ਦੂਜੇ ਦੀ ਹੈਲਪ ਕਰਦੇ ਨੇ, ਤੁਸੀਂ ਉਹਨਾਂ ਗਰੁੱਪਸ ਨੂੰ ਵੀ ਜੁਆਇਨ ਕਰ ਸਕਦੇ ਹੋ। ਤੁਹਾਨੂੰ ਕਈ ਫੋਰਮਸ ਵੀ ਹੈਗੀਆਂ ਨੇ ਇੰਟਰਨੈਟ 'ਤੇ, ਜਿਹੜੀਆਂ ਬੇਸਿਕ ਪਰਟੀਕੂਲਰ ਇੱਕ ਇਮੀਗ੍ਰੇਸ਼ਨ ਦੀ ਪ੍ਰੋਬਲਮ ਨੂੰ ਲੈ ਕੇ ਹੀ ਘੱਟੋ ਘੱਟ 1000-1200 ਜਿਨ੍ਹਾਂ ਦੇ ਮੈਸੇਜਸ ਰਿਪਲਾਈਜ਼ ਹੁੰਦੇ ਨੇ, ਤਾਂ ਉਹਨਾਂ ਨੂੰ ਪੜ੍ਹ ਕੇ ਤੁਸੀਂ ਆਪਣੇ ਜਿਹੜਾ ਪਰਟੀਕੂਲਰ ਕੇਸ ਹੈਗਾ ਉਹਨੂੰ ਆਪਣੇ ਆਪ ਡਿਸਾਈਡ ਕਰ ਸਕਦੇ ਹੋ ਕਿ ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਕਿਸ ਤਰ੍ਹਾਂ ਅੱਗੇ। ਕਿਉਂਕਿ ਕਈ ਸਟੂਡੈਂਟਸ ਆਉਂਦੇ ਨੇ ਪੜ੍ਹ ਕੇ ਸਾਡੇ ਕੋਲ, ਉਹ ਪੜ੍ਹ ਕੇ ਸਾਨੂੰ ਦੱਸਦੇ ਨੇ ਕਿ ਸਰ ਅਸੀਂ ਆਹ ਨਾ ਕਰ ਲਈਏ, ਸਰ ਅਸੀਂ ਇੱਦਾਂ ਨਾ ਕਰ ਲਈਏ। ਅਸੀਂ ਇਹ ਜੇ ਦੱਸਣਾ ਹੁੰਦਾ, ਉਹ ਪਹਿਲਾਂ ਹੀ ਪੜ੍ਹ ਕੇ ਆਏ ਹੁੰਦੇ ਨੇ, ਉਹ ਸਾਨੂੰ ਦੱਸਦੇ ਨੇ ਕਿ ਹਾਂਜੀ ਅਸੀਂ ਇੱਦਾਂ ਕਰਨਾ। ਤਾਂ ਇਹ ਜ਼ਰੂਰੀ ਹੈ ਤੁਸੀਂ ਜਿਹੜਾ ਵੀ ਕੰਮ ਕਰਨਾ ਉਹਦੇ ਬਾਰੇ 'ਚ, ਕਿਉਂਕਿ ਅੱਜ ਕੱਲ੍ਹ ਗੂਗਲ ਹੈਗਾ, ਇੰਟਰਨੈਟ ਹੈਗਾ, ਸਾਰੇ ਪਾਸੇ ਤੁਸੀਂ ਅਵੇਅਰ ਹੋ ਸਕਦੇ ਹੋ ਜੇ ਤੁਸੀਂ ਉਹਦੇ ਬਾਰੇ 'ਚ ਪੜ੍ਹਦੇ ਹੋ। ਤਾਂ ਇਹ ਡੂਜ਼ ਐਂਡ ਡੋਂਟਸ ਜਿਹੜਾ ਹੈਗਾ ਕਿ ਤੁਸੀਂ ਆਹ ਨਾ ਕਰੋ, ਉਹ ਨਾ ਕਰੋ, ਉਹਦੇ ਵਿੱਚ ਤੁਸੀਂ ਫਸਣ ਦੀ ਬਜਾਏ ਤੁਸੀਂ ਇੱਕ ਪਰਟੀਕੂਲਰ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਕਿਸੇ ਨੇ ਲਗਾਈ ਹੋਈ ਹੈ ਤਾਂ ਉਹਨੂੰ ਫੋਲੋ ਕਰ ਲਓ। ਉਸ ਬੰਦੇ ਨੂੰ ਤੁਹਾਡਾ ਜਿਹੜਾ ਕੋਰਸ ਹੈਗਾ, ਜਿਹੜੇ ਤੁਹਾਡੇ, ਜਿੱਦਾਂ ਮੰਨ ਲਓ ਕਿ ਤੁਸੀਂ ਕਾਮਰਸ ਕੀਤੀ ਹੈ, ਤੁਹਾਡਾ ਸਕੋਰ ਜਿਹੜਾ ਹੈਗਾ ਕਾਮਰਸ ਦਾ ਜਿਹੜਾ +2 ਦਾ ਉਹਦੇ ਬਰਾਬਰ ਹੈ ਬੱਚੇ ਦੇ, ਤਾਂ ਉਹਦੇ ਨਾਲ ਜੇ ਉਹਦਾ ਪੋਜ਼ੀਟਿਵ ਆਉਂਦਾ ਰਿਸਪੌਂਸ ਤਾਂ ਉਹਦੇ ਨਾਲ ਤੁਸੀਂ ਰਾਬਤਾ ਕਰ ਲਓ ਅਤੇ ਉਸੇ ਤਰੀਕੇ ਦਾ ਕੋਰਸ ਚੂਜ਼ ਕਰਕੇ ਉਹ ਉੱਦਾਂ ਦਾ ਹੀ ਕੋਈ ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰਕੇ ਤੁਸੀਂ ਕਰ ਸਕਦੇ ਹੋ। ਇਹ ਈਜ਼ੀ ਹੈ, ਬਟ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ। ਥੈਂਕ ਯੂ। ਦੋਸਤੋ, ਇਹ ਜੋਸ਼ ਸਪੀਕਰ ਦੀ ਤਰ੍ਹਾਂ ਜਿਵੇਂ ਇਹਨਾਂ ਨੇ ਹਾਲਾਤਾਂ ਨੂੰ ਹਰਾਇਆ, ਸਾਡੇ ਵਰਗੇ ਹੀ 2 ਲੋਕ, ਸੋਨੂ ਜੀ ਅਤੇ ਲక్ష్ਮੀ ਜੀ ਨੂੰ ਚੰਗੀ ਨੌਕਰੀ ਨਹੀਂ ਮਿਲੀ।
ਕਿਉਂਕਿ ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲ ਚੰਗੀ ਨਹੀਂ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਉਹ ਅੱਗੇ ਨਹੀਂ ਵੱਧ ਪਾ ਰਹੇ ਸੀ। ਲੇਕਿਨ ਜੋਸ਼ ਸਕਿੱਲਸ ਐਪ ਤੇ ਉਹਨਾਂ ਨੇ ਸੋਚ ਲਿੱਤਾ ਕਿ ਆਪਣੇ ਮਾੜੇ ਸਮੇਂ ਨੂੰ ਹਰਾਣਗੇ ਅਤੇ ਆਪਣੀ ਹਰ ਕਮਜ਼ੋਰੀ ਤੇ ਕੰਮ ਕਰਨਗੇ ਅਤੇ ਇੱਥੇ ਉਹਨਾਂ ਨੇ ਆਪਣੀ ਸਪੋਕਨ ਇੰਗਲਿਸ਼ ਨੂੰ ਸੁਧਾਰਨ ਤੇ ਕੰਮ ਕੀਤਾ ਅਤੇ ਅੱਜ ਲక్ష్ਮੀ ਜੀ ਇੱਕ ਸੀਐਸ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਸੋਨੂ ਜੀ ਦੁਬਈ ਦੀ ਇੱਕ ਵੱਡੀ ਕੰਪਨੀ ਵਿੱਚ ਇੱਕ ਇੱਜ਼ਤਦਾਰ ਪੋਜੀਸ਼ਨ ਤੇ ਨੇ। ਅਸੀਂ ਸਾਰੇ ਆਪਣੇ ਮਾੜੇ ਸਮੇਂ ਨੂੰ ਮਾਤ ਦੇ ਸਕਦੇ ਹਾਂ, ਬਸ ਜ਼ਰੂਰਤ ਹੈ ਜਜ਼ਬੇ ਦੀ। ਤੇ ਚਲੋ ਅੱਜ ਹੀ ਆਪਣੇ ਸੁਪਨਿਆਂ ਵੱਲ ਪਹਿਲਾ ਕਦਮ ਚੁੱਕਦੇ ਹਾਂ, ਭਾਰਤ ਦੇ ਨੰਬਰ 1 ਸਪੋਕਨ ਇੰਗਲਿਸ਼ ਲਰਨਿੰਗ ਐਪ ਨਾਲ, ਜੋਸ਼ ਸਕਿੱਲਸ ਦੇ ਨਾਲ।